किताब हम हिंदू नहीं। लेखक भाई कान सिंह नाभा। भाग 11वां। प्रेत किरिया, श्राद्ध ਅਤੇ ਤੀਰਥ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਪ੍ਰੇਤ ਕਿਰਿਆ ਦੁਆਰਾ ਗਿਆ ਆਦਿਕ ਤੀਰਥਾਂ ਪਰ ਪਿੰਡ ਦਾਨ ਦੇਣ ਕਰਕੇ ਜੀਵ ਦੀ ਗਤੀ ਮੰਨਦੇ ਹੋ। ਫੁੱਟਨੋਟ: ਹਿੰਦੂ ਮੱਤ ਵਿੱਚ ਇਹ ਮੰਨਿਆ ਗਿਆ ਹੈ ਕਿ ਪ੍ਰੇਤ ਕਿਰਿਆ ਕਰਵਾਏ ਬਿਨਾਂ ਪ੍ਰਾਣੀ ਦੀ ਗਤੀ ਨਹੀਂ ਹੁੰਦੀ। ਚਾਹੇ ਆਪਣੀ ਜ਼ਿੰਦਗੀ ਵਿੱਚ ਜੀਵ ਅਨੇਕ ਸ਼ੁਭ ਕਰਮ ਕਰੇ, ਪਰ ਉਸਦੇ ਮਰੇ ਪਿੱਛੋਂ ਜੇ ਸੰਬੰਧੀਆਂ ਦੁਆਰਾ ਪ੍ਰੇਤ ਕਿਰਿਆ ਨਾ ਹੋਵੇ ਤਾਂ ਪ੍ਰਾਣੀ ਦੀ ਦੁਰਗਤ ਹੁੰਦੀ ਹੈ। ਗਰੁੜ ਪੁਰਾਣ ਅਧਿਆਇ 7ਵਾਂ। ਇਸ ਬਾਤ ਨੂੰ ਮੁੱਖ ਰੱਖ ਕੇ ਮਨੂ ਪੁੱਤਰ ਦਾ ਅਰਥ ਇਸ ਤਰ੍ਹਾਂ ਕਰਦਾ ਹੈ: ਪੂੰ ਨਾਮ ਨਰਮ ਤੋਂ ਜੋ ਪਿਤਾ ਨੂੰ ਬਚਾਵੇ ਉਸ ਨੂੰ ਪੁੱਤਰ ਕਹੀਦਾ ਹੈ। ਮਨੂ ਸਿਮਰਤੀ ਅਧਿਆਇ 9ਵਾਂ। ਮਨੂ ਜੀ ਹੋਰ ਉਚਾਰਦੇ ਹਨ: ਪੁੱਤਰ ਕਰਕੇ ਪਿਤਾ ਸਵਰਗ ਨੂੰ ਪ੍ਰਾਪਤ ਹੁੰਦਾ ਹੈ, ਪੋਤਾ ਹੋਣ ਕਰਕੇ ਦੇਰ ਤਾਈਂ ਸਵਰਗ ਵਿੱਚ ਰਹਿੰਦਾ ਹੈ, ਔਰ ਪੜਪੋਤਾ ਜੰਮੇ ਤੋਂ ਸੂਰਿਆ ਲੋਕ ਵਿੱਚ ਜਾ ਪਹੁੰਚਦਾ ਹੈ। ਮਨੂ ਸਿਮਰਤੀ ਅਧਿਆਇ 9ਵਾਂ। ਔਰ ਪਿਤਰਾਂ ਨੂੰ ਤ੍ਰਿਪਤ ਕਰਨ ਲਈ ਸ਼ਰਾਧ ਕਰਾਉਂਦੇ ਹੋ, ਔਰ ਇਸ ਵਿਸ਼ੇ ਪਰ ਆਪ ਦੇ ਧਰਮ ਪੁਸਤਕ ਦਾ ਇਹ ਕਥਨ ਹੈ: ਸ਼ਰਾਧਾਂ ਦੇ ਦਿਨਾਂ ਵਿੱਚ ਪਿੱਤਰਪੁਰੀ ਖਾਲੀ ਹੋ ਜਾਂਦੀ ਹੈ। ਸਾਰੇ ਪਿੱਤਰ ਸ਼ਰਾਧ ਦਾ ਅੰਨ ਖਾਣ ਲਈ ਮਾਤ ਲੋਕ ਵਿੱਚ ਭੱਜ ਕੇ ਆ ਜਾਂਦੇ ਹਨ। ਜੇ ਉਹਨਾਂ ਨੂੰ ਨਾ ਖਵਾਇਆ ਜਾਵੇ ਤਾਂ ਸ਼ਰਾਪ ਦੇ ਕੇ ਚਲੇ ਜਾਂਦੇ ਹਨ। ਸ਼ਰਾਧ ਕਰਾਉਣ ਜਿਹਾ ਹੋਰ ਕੋਈ ਪੁੰਨ ਨਹੀਂ। ਸੁਮੇਰ ਪਰਬਤ ਜਿੰਨੇ ਭਾਰੀ ਪਾਪ ਕੀਤੇ ਹੋਏ ਸ਼ਰਾਧ ਕਰਨ ਕਰਕੇ ਤੁਰੰਤ ਨਾਸ ਹੋ ਜਾਂਦੇ ਹਨ। ਸ਼ਰਾਧ ਕਰਕੇ ਹੀ ਆਦਮੀ ਸਵਰਗ ਨੂੰ ਪ੍ਰਾਪਤ ਹੁੰਦਾ ਹੈ। ਅੰਤਰ ਸੰਹਿਤਾ: ਸ਼ਰਾਧ ਕਰਨ ਤੋਂ ਪਹਿਲਾਂ ਅੱਗ ਵਿੱਚ ਹੋਮ ਕਰੇ। ਜੇ ਅੱਗ ਨਾ ਹੋਵੇ ਤਾਂ ਪੰਡਤ ਦੇ ਹੱਥ ਪਰ ਹੋਮ ਕਰੇ, ਕਿਉਂਕਿ ਬ੍ਰਾਹਮਣ ਅਤੇ ਅਗਨੀ ਇੱਕੋ ਰੂਪ ਹਨ। ਫੁੱਟਨੋਟ: ਮਨੂ ਜੀ ਨੇ ਇਹ ਗੱਲ ਨਹੀਂ ਦੱਸੀ ਕਿ ਜੇ ਅੱਗ ਨਾ ਹੋਵੇ ਤਾਂ ਬ੍ਰਾਹਮਣ ਦੇ ਹੱਥ ਪਰ ਤਵਾ ਰੱਖ ਕੇ ਰੋਟੀ ਪਕਾ ਲਵੇ। ਇੱਕ ਵਿਦਵਾਨ ਮਨੂ ਦੇ ਇਸ ਲੇਖ ਦਾ ਇਹ ਭਾਵ ਕੱਢਦਾ ਹੈ ਕਿ ਭਾਰਤ ਵਰਸ਼ ਦਾ ਰਾਜ ਪ੍ਰਤਾਪ ਔਰ ਵਿਦਿਆ ਬਲ ਆਦਿਕ ਸਵਾਹਾ ਸਵਾਹਾ ਕਹਿ ਕੇ ਸਵਾਹ ਕਰਨ ਲਈ ਜ਼ਰੂਰ ਜਾਤੀ ਅਭਿਮਾਨੀ ਬ੍ਰਾਹਮਣ ਅਤੇ ਅੱਗ ਇੱਕ ਰੂਪ ਹਨ। ਸ਼ਰਾਧ ਵਿੱਚ ਜੇ ਪਿਤਰਾਂ ਵਾਸਤੇ ਤਿਲ, ਚੌਲ, ਜੌਂ, ਮਾਂਹ ਔਰ ਸਾਗ ਤਰਕਾਰੀ ਦਿੱਤੀ ਜਾਵੇ ਤਾਂ ਪਿੱਤਰ 1 ਮਹੀਨਾ ਰੱਜੇ ਰਹਿੰਦੇ ਹਨ। ਮੱਛੀ ਦੇ ਮਾਸ ਨਾਲ 2 ਮਹੀਨੇ, ਹਰਨ ਦੇ ਮਾਸ ਨਾਲ 3 ਮਹੀਨੇ, ਮੀਂਡੇ ਦੇ ਮਾਸ ਨਾਲ 4 ਮਹੀਨੇ, ਪੰਛੀਆਂ ਦੇ ਮਾਸ ਕਰਕੇ 5 ਮਹੀਨੇ, ਬੱਕਰੇ ਦੇ ਮਾਸ ਨਾਲ 6 ਮਹੀਨੇ, ਚਿੱਤਲ ਦੇ ਮਾਸ ਕਰਕੇ 7 ਮਹੀਨੇ, ਚਿੰਕਾਰੇ ਦੇ ਮਾਸ ਨਾਲ 8 ਮਹੀਨੇ, ਲਾਲ ਮਿਰਗ ਦੇ ਮਾਸ ਕਰਕੇ 9 ਮਹੀਨੇ, ਝੋਟੇ ਅਤੇ ਸੂਰ ਦੇ ਮਾਸ ਨਾਲ 10 ਮਹੀਨੇ, ਕੱਛੂ ਔਰ ਸਹੇ ਦਾ ਮਾਸ ਦੇਣ ਕਰਕੇ ਪਿੱਤਰ 11 ਮਹੀਨੇ ਰੱਜੇ ਰਹਿੰਦੇ ਹਨ ਅਤੇ ਆਦਿ। ਮਨੂ ਸਿਮਰਤੀ ਅਧਿਆਇ 3। ਜਿਸ ਬ੍ਰਾਹਮਣ ਦੇ ਵੈਸ਼ਨਵ ਮਤ ਦਾ ਤਿਲਕ ਨਾ ਹੋਵੇ, ਜੇ ਉਸ ਨੂੰ ਸ਼ਰਾਧ ਵਿੱਚ ਭੋਜਨ ਦਿੱਤਾ ਜਾਵੇ ਤਾਂ ਸ਼ਰਾਧ ਕਰਾਉਣ ਵਾਲੇ ਦੇ ਪਿੱਤਰ ਨਿਰਸੰਦੇਹ ਵਿਸ਼ਟਾ ਔਰ ਮੂਤ ਖਾਂਦੇ ਪੀਂਦੇ ਹਨ। ਵਿਰਧ ਹਾਰੀਤ ਸਹੰਤਾ ਅਧਿਆਇ 2। ਗੁਰਮਤ ਵਿੱਚ ਉੱਪਰ ਲਿਖੇ ਭਰਮਾਂ ਤੋਂ ਵਿਰੁੱਧ ਗੁਰੂ ਸਾਹਿਬ ਨੇ 7 ਉਪਦੇਸ਼ ਇਸ ਪ੍ਰਕਾਰ ਕਥਨ ਕੀਤਾ ਹੈ: ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਫੁੱਟਨੋਟ: ਸ੍ਰੀ ਗੁਰੂ ਨਾਨਕ ਸਾਹਿਬ ਲੋਕਾਂ ਦਾ ਉਧਾਰ ਕਰਦੇ ਹੋਏ ਜਦੋਂ ਗਿਆ ਤੀਰਥ ਪਰ ਗਏ ਹਨ, ਉਸ ਵੇਲੇ ਇਹ ਸ਼ਬਦ ਉਚਾਰਨ ਕੀਤਾ ਹੈ। ਇਹ ਪ੍ਰਸੰਗ ਜਨਮ ਸਾਖੀ ਵਿੱਚ ਇਸ ਤਰ੍ਹਾਂ ਹੈ: ਗਿਆ ਦੇ ਪੰਡਤਾਂ ਕਹਿਆ, ਤੁਸੀਂ ਵੀ ਆਪਣੇ ਪਿੱਤਰਾਂ ਦਾ ਉਧਾਰ ਕਰੋ। ਤਾਂ ਬਾਬੇ ਨੇ ਕਹਿਆ, ਅਸਾਂ ਆਪਣੇ ਪਿੱਤਰਾਂ ਦਾ ਤੇ ਆਪਣਾ ਤੇ ਆਪਣੇ ਜਗਿਆਸੂਆਂ ਦਾ ਤੇ ਉਹਨਾਂ ਦੇ ਪਿੱਤਰਾਂ ਦਾ ਉਧਾਰ ਕਰ ਛੱਡਿਆ ਹੈ। ਐਸੀ ਕਿਰਿਆ ਕਰਮ ਦੀਵਾ ਪਿੰਡ ਪੱਤਲ ਕੀਤੀ ਹੈ ਜੋ ਅਗਿਆਨ ਦਾ ਅੰਧੇਰਾ ਦੂਰ ਕਰ ਛੱਡਿਆ ਹੈ। ਤਾਂ ਗੁਰੂ ਬਾਬਾ ਜੀ ਨੇ ਰਾਗ ਆਸਾ ਵਿੱਚ ਸ਼ਬਦ ਕਹਿਆ: ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ, ਚੂਕਾ ਜਮ ਸਿਉ ਮੇਲ। ਲੋਕਾ ਮਤ ਕੋ ਫੱਕੜ ਪਾਏ। ਹੇ ਲੋਕੋ, ਅਗਿਆਨ ਦੇ ਕਰਮ ਕਾਂਡ ਜੋ ਪਖੰਡ ਜਾਲ ਹਨ, ਉਹਨਾਂ ਵਿੱਚ ਪੈ ਕੇ ਭੰਡੀ ਨਾ ਪਾਓ। ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਏਕਟੇ,
ਏਕ ਰਤੀ ਲੈ ਪਾਇ ਰਹਾ। ਪਿੰਡ ਪੱਤਲ ਮੇਰੀ ਕੇਸੋ ਕਿਰਿਆ, ਸੱਚ ਨਾਮ ਕਰਤਾਰ। ਇੱਥੇ ਉੱਥੇ ਆਗੇ ਪਾਛੇ, ਇਹ ਮੇਰਾ ਆਧਾਰ। ਗੰਗ ਬਨਾਰਸ ਸਿਫਤ ਤੁਮਾਰੀ, ਨਾਵੇ ਆਤਮ ਰਾਓ। ਸੱਚਾ ਨਾਵਣ ਤਾਂ ਥੀਐ, ਜਾਂ ਅਹਨਸ ਲਾਗੇ ਪਾਓ। ਇੱਕ ਲੋਕੀ ਹੋਰ ਸ਼ਮਿਸ਼ਰੀ, ਬ੍ਰਾਹਮਣ ਵਟ ਪਿੰਡ ਖਾਏ। ਨਾਨਕ ਪਿੰਡ ਬਖਸ਼ੀਸ਼ ਕਾ, ਕਬੂ ਨਾ ਨਿਖੁੱਟ ਸੁਨਾਹੇ। ਆਸਾ ਮਹੱਲਾ ਪਹਿਲਾ, ਪੰਨਾ 358। ਇੱਕ ਪਿੰਡ ਦੇਵਤਿਆਂ ਵਾਸਤੇ ਦੇਣਾ ਆਖਿਆ ਜਾਂਦਾ ਹੈ, ਦੂਜਾ ਪਿੱਤਰਾਂ ਨੂੰ ਦਿੱਤਾ ਜਾਂਦਾ ਹੈ, ਪਰ ਮਿਲਦਾ ਦੋਹਾਂ ਨੂੰ ਨਹੀਂ। ਬ੍ਰਾਹਮਣ ਆਪ ਹੀ ਵੱਟ ਕੇ ਸਭ ਸਮੱਗਰੀ ਖਾ ਪੀ ਜਾਂਦਾ ਹੈ। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਮ। ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਵਾਰ ਮਾਝ ਮਹੱਲਾ ਪਹਿਲਾ, ਪੰਨਾ 138। ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਕਾਲੇ ਦੇ। ਵਾਰ ਆਸਾ ਮਹੱਲਾ ਪਹਿਲਾ, ਪੰਨਾ 472। ਗਿਆਨੀ ਹੋਏ ਸੋ ਚੇਤਨ ਹੋਏ, ਅਗਿਆਨੀ ਅੰਧ ਕਮਾਏ। ਨਾਨਕ ਇੱਥੇ ਕਮਾਵੇ ਸੋ ਮਿਲੇ, ਅੱਗੇ ਪਾਏ ਜਾਏ। ਵਾਰ ਬਿਹਾਖੜਾ ਮਹੱਲਾ ਤੀਜਾ, ਪੰਨਾ 556। ਜੀਵਤ ਪਿੱਤਰ ਨਾ ਮਾਨੈ ਕੋ, ਮੂਏ ਸਰਾਧ ਕਰਾਹੀ। ਫੁੱਟਨੋਟ: ਮਾਤਾ ਪਿਤਾ ਔਰ ਬਜ਼ੁਰਗਾਂ ਦਾ ਸੇਵਨ ਔਰ ਸਨਮਾਨ ਕਰਨਾ ਸਿੱਖ ਧਰਮ ਵਿੱਚ ਸ਼ਰਾਧ ਹੈ। ਮਰਿਆਂ ਨੂੰ ਪਹੁੰਚਾਉਣਾ ਅਗਿਆਨ ਹੈ। ਜੋ ਸਿੱਖ ਹਿੰਦੂਆਂ ਦੀ ਨਕਲ ਕਰਕੇ ਸ਼ਰਾਧ ਕਰਦੇ ਹਨ ਔਰ ਉਸ ਨੂੰ ਗੁਰ ਰੀਤ ਅਨੁਸਾਰ ਸ਼ਰਾਧ ਕਰਨਾ ਦੱਸਦੇ ਹਨ, ਉਹ ਅਗਿਆਨੀ ਹਨ। ਜੀਵਤ ਪਿੱਤਰ ਨਾ ਮਾਨੈ ਕੋ, ਮੂਏ ਸਰਾਧ ਕਰਾਹੀ। ਪਿੱਤਰ ਵੀ ਬਪਰੇ, ਕਹੋ ਕਿਉ ਪਾਵੇਂ। ਕਊਆ ਕੂਕਰ ਖਾਹੀ, ਮਾਟੀ ਕੇ ਕਰ ਦੇਵੀ ਦੇਵਾ। ਤਿਸ ਆਗੇ ਜਿਉ ਦੇਹੀ, ਐਸੇ ਪਿੱਤਰ ਤੁਮਾਰੇ ਕਹੀਐ, ਆਪਨ ਕਹਿਆ ਨਾ ਲਈ। ਗੌੜੀ ਕਬੀਰ ਪੰਨਾ 332। ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮੈਲ ਲਾਗੀ ਬਹੁ ਦੂਜੇ ਪਾਏ। ਤਟ ਤੀਰਥ ਦੇਸੰਤਰ ਭਵੇ ਅਹੰਕਾਰੀ, ਹੋਰ ਵਧੇਰੇ ਹਉਮੈ ਮਲ ਲਾਵਣਿਆ। ਮਾਝ ਮਹੱਲਾ ਤੀਜਾ, ਪੰਨਾ 116। ਤੀਰਥ ਪੂਰਾ ਸਤਿਗੁਰੂ, ਜੋ ਆਨੰਦਿਨ ਹਰ ਹਰ ਨਾਮ ਧਿਆਏ। ਵਾਰ ਮਾਝ ਮਹੱਲਾ ਚੌਥਾ, ਪੰਨਾ 140। ਤੀਰਥ ਨਹਾਏ ਨ ਉਤਰ ਸਮੈਲ, ਕਰਮ ਧਰਮ ਸਭ ਹਉਮੈ ਫੈਲ। ਰਾਮਕਲੀ ਮਹੱਲਾ ਪੰਜਵਾਂ, ਪੰਨਾ 890। ਮਕਰ ਪਰਾਗ ਦਾਨ ਬਹੁ ਕੀਆ, ਸਰੀਰ ਦਿਓ ਅਧ ਕਾਟ। ਬਿਨ ਹਰ ਨਾਮ ਕੋ ਮੁਕਤ ਨਾ ਪਾਵੈ, ਬਹੁ ਕੰਚਨ ਦੀਜੇ ਕਟ ਕਾਟ। ਮਾਲੀ ਗੌੜਾ ਮਹੱਲਾ ਚੌਥਾ, ਪੰਨਾ 986। ਤੀਰਥ ਨਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਧਨਾਸਰੀ ਮਹੱਲਾ ਪਹਿਲਾ, ਪੰਨਾ 687। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਫੁੱਟਨੋਟ: ਗੁਰ ਦਰਿਆਓ ਦਾ ਅਰਥ ਸਮਝੇ ਬਿਨਾ ਕਈ ਸਿੱਖ ਖੂਹ ਵਿੱਚ ਕਿਰਮ ਪੈਦਾ ਕਰਨ ਲਈ ਔਰ ਥੰਧਿਆਈ ਨਾਲ ਲੋਕਾਂ ਨੂੰ ਖੰਘ ਦਾ ਰੋਗ ਚੰਬੇੜਨ ਵਾਸਤੇ ਕੜਾਹ ਪ੍ਰਸ਼ਾਦ ਲੈ ਕੇ ਨੱਠਦੇ ਹਨ। ਹੇ ਵਾਹਿਗੁਰੂ, ਸੁਮੱਤ ਬਖਸ਼ੋ ਕਿ ਇਹਨਾਂ ਦੀਆਂ ਅਜਿਹੀਆਂ ਭੈੜੀਆਂ ਵਾਦੀਆਂ ਹਟ ਜਾਣ ਅਰ ਗੁਰ ਸ਼ਬਦਾਂ ਦਾ ਯਥਾਰਥ ਅਰਥ ਸਮਝ ਕੇ ਅਵਿਦਿਆ ਬੰਧਨਾਂ ਤੋਂ ਛੁਟਕਾਰਾ ਪਾਉਣ। ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੇ। ਸਤਿਗੁਰ ਪਾਇਆ ਪੂਰਾ ਨਾਵਣ, ਪਸ਼ੂ ਪਰੇ ਤੋਂ ਦੇਵ ਕਰੈ। ਪ੍ਰਭਾਤੀ ਮਹੱਲਾ ਪਹਿਲਾ, ਪੰਨਾ 1329। ਅਨੇਕ ਤੀਰਥ ਜੇ ਯਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ। ਗੁਜਰੀ ਮਹੱਲਾ ਤੀਜਾ, ਪੰਨਾ 490। ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਝੈ ਕੋਇ। ਵਡਹੰਸ ਮਹੱਲਾ ਤੀਜਾ, ਪੰਨਾ 558। ਸੱਚਾ ਤੀਰਥ ਜਿਤ ਸਤ ਸਰ ਨਾਵਣ, ਗੁਰਮੁਖ ਆਪ ਬੁਝਾਏ। ਸੂਹੀ ਮਹੱਲਾ ਤੀਜਾ, ਪੰਨਾ 753। ਜਲ ਕੈ ਮੱਝਨ ਜੇ ਗਤ ਹੋਵੈ, ਨਿਤ ਨਿਤ ਮੈਂਡੁਕ ਨਾਮੈ। ਜੈਸੇ ਮੈਂਡੁਕ ਤੈਸੇ ਉਹ ਨਰ, ਫਿਰ ਜੋਨੀ ਆਵੈ। ਆਸਾ ਕਬੀਰ ਪੰਨਾ 484। ਗੰਗ ਬਨਾਰਸ ਹਿੰਦੂਆਂ, ਮੁਸਲਮਾਨਾ ਮੱਕਾ ਕਾਬਾ। ਘਰ ਘਰ ਬਾਬਾ ਗਾਵੀਐ, ਵਜਨ ਤਾਲ ਮਿਰਦਾਂਗਰ ਬਾਬਾ। ਗੁਰਸਿੱਖਾਂ ਲਈ ਹਰ ਕੀਰਤਨ ਐਸਾ ਹੈ ਜੈਸਾ ਹਿੰਦੂਆਂ ਔਰ ਮੁਸਲਮਾਨਾਂ ਨੂੰ ਗੰਗਾ
और काबा। भाई गुरदास वार नंबर 24। सुरसरी सुरसती जमुना और गोदावरी, गया प्रयाग सेत कुरुखेत मानसर है। कांशी काती द्वारावती माया, मथुरा अयोध्या, गोमती अवंतिका केदार हिमतर है। नर्मदा बिदबन देव स्थल कबिलास, नील मंदराचल सुमेर गिरवर है। तीर्थ अर्थ सत धर्म दया संतोख, श्री गुर चरण रज ਤੋਲਨਾ ਸਗਰ ਹੈ। ਕਬਿੱਤ ਭਾਈ ਗੁਰਦਾਸ। ਭਾਈ ਨੰਦ ਲਾਲ ਸਾਹਿਬ ਕਹਿੰਦੇ ਹਨ, ਤਹਿਰੇ ਗੰਗ ਅਜ ਗੁਬਾਰੇ ਪਾਏ ਸ਼ਾਂ, ਸ਼ਸਤੋ ਹਸ਼ਤ ਅਜ ਨਵੇਂ ਹਵਾਏ ਸ਼ਾਂ। ਭਾਈ ਨੰਦ ਲਾਲ ਜੀ ਅਰਥਾਤ ਗੰਗਾ ਦੀ ਪਵਿੱਤਰਤਾ ਉਹਨਾਂ ਦੇ ਚਰਨਾਂ ਦੀ ਬਰਕਤ ਕਰਕੇ ਹੈ ਔਰ 68 ਤੀਰਥ ਉਹਨਾਂ ਦੇ ਬੱਦਲ ਦੀ ਇੱਕ ਬੂੰਦ ਹਨ। ਹਿੰਦੂ। ਜੇ ਆਪ ਦੇ ਮੱਤ ਵਿੱਚ ਸ਼ਰਾਧ ਨਹੀਂ ਤਾਂ ਗੁਰੂ ਨਾਨਕ ਸਾਹਿਬ ਨੇ ਆਪਣੇ ਪਿਤਾ ਦਾ 8 ਨੂੰ ਸ਼ਰਾਧ ਕਰਕੇ ਅਸੂਵਦੀ 10 ਨੂੰ ਕਿਉਂ ਸਰੀਰ ਛੱਡਿਆ? ਔਰ ਜੇ ਆਪ ਦੇ ਮੱਤ ਵਿੱਚ ਕਿਰਿਆ ਕਰਮ ਪਿੰਡ ਦਾਨ ਆਦਿਕ ਵਿਧਾਨ ਨਹੀਂ ਤਾਂ ਗੁਰੂ ਅਮਰਦਾਸ ਜੀ ਨੇ ਸੱਦ ਵਿੱਚ ਇਹ ਕਿਉਂ ਆਖਿਆ ਹੈ? ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸਦਿਓ। ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ। ਬੇਬਾਣ ਹਰ ਰੰਗ ਗੁਰ ਭਾਵੇ, ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ। ਰਾਮ ਕਲੀ ਸਦ ਪੰਨਾ 923। ਔਰ ਗੁਰੂ ਸਾਹਿਬ ਤੀਰਥਾਂ ਉੱਤੇ ਆਪ ਕਿਉਂ ਜਾਂਦੇ ਰਹੇ ਹਨ? ਸਿੱਖ ਪਿਆਰੇ ਹਿੰਦੂ ਭਾਈ, ਗੁਰੂ ਨਾਨਕ ਦੇਵ ਅਸੂ ਸੁਧੀ 10 ਨੂੰ ਜੋਤੀ ਜੋ ਸਮਾਏ ਹਨ, ਜਿਹਾ ਕਿ ਪ੍ਰਾਚੀਨ ਸਾਖੀਆਂ ਵਿੱਚ ਲਿਖਿਆ ਹੈ। ਔਰ ਭਾਈ ਮਨੀ ਸਿੰਘ ਜੀ ਵੀ ਗਿਆਨ ਰਤਨਾਵਲੀ ਵਿੱਚ ਅਸੂ ਸੁਧੀ 10 ਨੂੰ ਲਿਖਦੇ ਹਨ। ਔਰ ਸਾਰੇ ਗੁਰਦੁਆਰਿਆਂ ਵਿੱਚ ਚਾਨਣੀ ਦਸਵੀਂ ਦਾ ਹੀ ਗੁਰਪੁਰਬ ਮਨਾਇਆ ਜਾਂਦਾ ਹੈ। ਸ਼ਰਾਧ ਮਹਾਤਮ ਪ੍ਰਗਟ ਕਰਨ ਵਾਲੇ ਪਰਪੰਚੀਆਂ ਨੇ ਕਈ ਸਾਖੀਆਂ ਵਿੱਚ ਸ਼ਰਾਧਾਂ ਦੀ ਦਸਵੀਂ ਲਿਖ ਦਿੱਤੀ ਹੈ। ਆਪ ਇਤਨਾ ਹੀ ਵਿਚਾਰੋ ਕਿ ਜੇ ਗੁਰੂ ਨਾਨਕ ਦੇਵ ਆਪਣੇ ਪਵਿੱਤਰ ਸ਼ਬਦਾਂ ਵਿੱਚ ਸ਼ਰਾਧ ਆਦਿ ਕਰਮਾਂ ਦਾ ਖੰਡਨ ਕਰਦੇ ਰਹੇ ਹਨ, ਜਿਹਾ ਕਿ ਆਪ ਨੂੰ ਹੁਣੇ ਹੀ ਸੁਣਾਇਆ ਗਿਆ ਹੈ, ਔਰ ਗਿਆ ਪਰ ਪਿੰਡ ਦਾਨ ਆਦਿਕ ਦੇਣ ਤੋਂ ਇਨਕਾਰੀ ਹਨ, ਕਿ ਉਹ ਕਦੇ ਸ਼ਰਾਧ ਕਰ ਸਕਦੇ ਹਨ? ਫੁੱਟਨੋਟ। ਸਭ ਤੋਂ ਪੁਰਾਣੀ ਸਾਖੀ ਜੋ ਸਿੰਘ ਸਭਾ ਲਾਹੌਰ ਦੀ ਦਰਖਵਾਸਤ ਪਰ ਗਵਰਨਮੈਂਟ ਪੰਜਾਬ ਨੇ ਵਲਾਇਤ ਦੇ ਪੁਸਤਕਾਲੇ ਵਿੱਚੋਂ ਮੰਗਵਾ ਕੇ ਛੁਪਵਾਈ ਹੈ, ਔਰ ਜੋ ਮੈਕਾਲਬ ਸਾਹਿਬ ਨੇ ਇੱਕ ਪ੍ਰਾਚੀਨ ਸਾਖੀ ਹਾਫਜ਼ਾਬਾਦ ਤੋਂ ਲੈ ਕੇ ਛਾਪੀ ਹੈ, ਔਰ ਭਾਈ ਮਨੀ ਸਿੰਘ ਜੀ ਦੀ ਸਾਖੀ, ਇਹਨਾਂ ਵਿੱਚ ਇਹ ਸ਼ਰਾਧ ਵਾਲਾ ਪ੍ਰਸੰਗ ਹੀ ਨਹੀਂ ਹੈ। ਐਸੇ ਪ੍ਰਸੰਗ ਸਾਖੀਆਂ ਵਿੱਚ ਉਦੋਂ ਦਰਜ ਹੋਏ ਹਨ ਜਦ ਸਿੱਖ 12 ਮਿਸਲਾਂ ਬਣਾ ਕੇ ਆਪਣੇ ਨਿਯਮਾਂ ਤੋਂ ਭੁੱਲ ਕੇ ਰਾਜ ਦੇ ਆਨੰਦ ਵਿੱਚ ਪੈ ਗਏ, ਔਰ ਅਨਮਤੀਆਂ ਨੇ ਸਿੱਖਾਂ ਦੇ ਧਾਰਮਿਕ ਔਰ ਵਿਵਹਾਰਕ ਸਾਰੇ ਕੰਮ ਆਪਣੇ ਹੱਥ ਲੈ ਲਏ, ਔਰ ਮਨ ਭਾਉਂਦੇ ਪੁਸਤਕ ਰਚ ਕੇ ਨਿਯਮਾਂ ਵਿੱਚ ਗੜਬੜ ਕਰ ਦਿੱਤੀ। ਇਸ ਥਾਂ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਸ਼ਰਾਧ ਦੇ ਸੰਬੰਧ ਵਿੱਚ ਇੱਕ ਪ੍ਰਸੰਗ ਸੁਣਾਉਣਾ ਯੋਗ ਸਮਝਦਾ ਹਾਂ। ਸਰਬ ਸੌਜ ਕਾਲੂ ਅਨਵਾਈ, ਰੀਤ ਸ਼ਰਾਧ ਕਰਨੇ ਬਣਵਾਈ। ਪੰਡਿਤ ਏਕ ਬੁਲਾਏ ਤਿਹ ਕਾਲਾ, ਬੈਠਿਓ ਕਰਨ ਸ਼ਰਾਧ ਬਿਸਾਲਾ। ਤਬ ਚਲ ਸਹਿਜ ਸੁਭਾਵਕ ਆਏ, ਜੇ ਬੇਦੀ ਕੁਲ ਭਾਨ ਸੁਹਾਏ। ਪਰਚੇ ਕੌਣ ਕਾਜ ਮਹਿਤਾਤਾ, ਭੀਰ ਅਜਰ ਕਹੀਏ ਬਿਰਤਾਂਤਾ। ਸੁਨ ਕਰ ਕਾਲੂ ਬਚਨ ਉਚਾਰੇ, ਪਿਤਰਨ ਕੇਰ ਸ਼ਰਾਧ ਹਮਾਰੇ। हे पंडित सत बचन तुम मानो, पुण्यवान अतशे निज जानो। पितर गए तुमरे असठौरी, भूख रो प्यास जहाँ न थोरी। जिनके मन अबलाखा नाही, करे श्राद्ध संतत क्यों ताही। गुरु नानक प्रकाश अध्याय 6। इस तो आप देख सकते हो कि जे सतगुरु अपने पिता नूं ਸ਼ਰਾਧ ਬਾਬਤ ਐਸਾ ਉਪਦੇਸ਼ ਦਿੰਦੇ ਹਨ ਕਿ ਉਹ ਪਿਤਾ ਦਾ ਸ਼ਰਾਧ ਕਰਨ ਬੈਠੇ। ਦੂਜੀ ਸ਼ੰਕਾ ਜੋ ਆਪ ਨੇ ਸੱਦ ਬਾਬਤ ਕਹੀ ਹੈ, ਸੋ ਉਸ ਦਾ ਉੱਤਰ ਇਹ ਹੈ ਕਿ ਆਪ ਸੱਦ ਪਰਮਾਰਥ ਪੜ੍ਹੋ, ਉਸ ਤੋਂ ਸਾਰਾ ਭਰਮ ਦੂਰ ਹੋ ਜਾਊਗਾ। ਪਰ ਇੱਥੇ ਵੀ ਅਸੀਂ ਆਪ ਨੂੰ ਸੰਖੇਪ ਨਾਲ ਉੱਤਰ ਦਿੰਦੇ ਹਾਂ। ਗੁਰੂ ਅਮਰਦਾਸ ਸਾਹਿਬ ਨੇ ਕਿਸੇ ਖਾਸ ਕੇਸ਼ੋ ਪੰਡਤ ਦੇ ਬੁਲਾਉਣ ਦੀ ਆਗਿਆ ਨਹੀਂ ਦਿੱਤੀ। ਇਹ ਪਦ ਗੁਰੂ ਨਾਨਕ ਸਾਹਿਬ ਦੇ ਕਥਨ ਕੀਤੇ ਹੋਏ ਸ਼ਬਦ ਦੀ ਹੀ ਵਿਆਖਿਆ ਔਰ ਉਸੀ ਦੇ ਅਨੁਸਾਰ ਹੈ। ਜਥਾ ਪਿੰਡ ਪੱਤਲ ਮੇਰੀ ਕੇਸੋ ਕਿਰਿਆ, ਸਚ ਨਾਮ ਕਰਤਾਰ। ਆਸਾ ਮਹੱਲਾ ਪਹਿਲਾ।
ਪੰਨਾ 358। ਦੋਹਾਂ ਅਸਥਾਨਾਂ ਵਿੱਚ ਕੇਸ਼ਵ ਪਦ ਪਰਮਾਤਮਾ ਦਾ ਬੋਧਕ ਹੈ। ਸਦ ਦਾ ਅਰਥ ਇਸ ਤਰ੍ਹਾਂ ਹੈ, ਅੰਤ ਸਮੇਂ ਗੁਰੂ ਸਾਹਿਬ ਨੇ ਹੁਕਮ ਦਿੱਤਾ ਕਿ ਮੇਰੇ ਚਲਾਣੇ ਪਰ ਨਿਰਵਾਣ ਨਿਤ ਇੱਕ ਰਸ ਅਚਲ ਕਰਤੇ ਦਾ ਕੀਰਤਨ ਕਰਨਾ। ਭਾਵ ਇਹ ਹੈ ਕਿ ਦੇਹਧਾਰੀ ਦੇਵਤਿਆਂ ਦੇ ਕਹਾਣੀਆਂ ਕਿਸੇ ਔਰ ਗਰੁੜ ਪੁਰਾਣ ਦੇ ਭੈਦਾਇਕ ਪ੍ਰਸੰਗ ਨਾ ਸੁਣਨੇ ਨਾ ਸੁਣਾਉਣੇ। ਫੁੱਟਨੋਟ: ਗਰੁੜ ਆਦਿਕ ਪੁਰਾਣਾਂ ਵਿੱਚ ਕੇਵਲ ਦੇਵਤੇ ਔਰ ਜਮਪੁਰੀ ਆਦਿਕਾਂ ਦਾ ਵਰਣਨ ਹੈ। ਮੇਰੇ ਵਾਸਤੇ ਪਰਮਾਤਮਾ ਦਾ ਆਰਾਧਨ ਹੀ ਪੰਡਤ ਬੁਲਾਉਣਾ। ਭਾਵ ਇਹ ਕਿ ਬਜਾਏ ਕਿਸੇ ਪੰਡਤ ਬੁਲਾਉਣ ਦੇ ਸ੍ਰਿਸ਼ਟੀ ਪਾਲਕ ਗੋਪਾਲ ਦਾ ਕੀਰਤਨ ਕਰਾਉਣਾ ਔਰ ਹਰ ਕੀ ਕਥਾ ਹੀ ਮੇਰੇ ਵਾਸਤੇ ਪੁਰਾਣ ਪੜ੍ਹਨਾ। ਵਾਹਿਗੁਰੂ ਦੀ ਕਥਾ ਹੀ ਪੜ੍ਹਨੀ ਸੁਣਨੀ ਔਰ ਮੈਨੂੰ ਗੁਰੂ ਨੂੰ ਬਿਬਾਨ ਕੱਢਣਾ। ਹਾਹੇ ਹਰ ਕਥਾ ਬੁੱਝ ਤੂੰ ਮੂੜੇ, ਤਾਂ ਸਦਾ ਸੁਖ ਹੋਈ। ਮਨਮੁਖ ਪੜ੍ਹੇ ਤੇਤਾ ਦੁਖ ਲਾਗੇ, ਵਿਣ ਸਤਿਗੁਰ ਮੁਕਤ ਨ ਹੋਈ। ਆਸਾ ਮਹੱਲਾ ਤੀਜਾ ਪੱਟੀ ਪੰਨਾ 435। ਹਰ ਕਥਾ ਸੁਣੇ ਸੇ ਧਨਵੰਤ, ਦਿਸੇ ਜੁਗ ਮਾਹੀ। ਤਿਨ ਕੋ ਸਭ ਨਿਵੇਂ ਅਨ ਦਿਨ ਪੂਜ ਕਰਾਹੀ। ਗੌੜੀ ਮਹੱਲਾ ਤੀਜਾ ਪੰਨਾ 231। ਪਿੰਡ ਪੱਤਲ ਕਿਰਿਆ ਦੀਵਾ ਕਰਨਾ ਔਰ ਗੰਗਾ ਵਿੱਚ ਅਸਥੀਆਂ ਦਾ ਪ੍ਰਵਾਹੁਣਾ, ਇਹਨਾਂ ਸਭ ਕਰਮਾਂ ਦੀ ਥਾਂ ਵਾਹਿਗੁਰੂ ਦਾ ਪ੍ਰੇਮ ਹਰ ਰੰਗ ਹੀ ਪਾਉਂਦਾ ਹੈ। ਭਾਵ ਇਹ ਹੈ ਕਿ ਪਰਮਾਤਮਾ ਦਾ ਪ੍ਰੇਮ ਹੀ ਪ੍ਰਾਣੀ ਦੀ ਸਦਗਤੀ ਕਰਨ ਦਾ ਸਾਧਨ ਹੈ। ਬਾਕੀ ਹੋਰ ਪਖੰਡ ਕਰਮ ਕੇਵਲ ਇੰਦਰਜਾਲ ਹੈ। ਜੇ ਇਸ ਸਦ ਦੇ ਪਦ ਦਾ ਅਰਥ ਹਿੰਦੂਆਂ ਦੀ ਇੱਛਾ ਅਨੁਸਾਰ ਮੰਨ ਲਈਏ ਤਾਂ ਇਹ ਸ਼ੰਕਾ ਹੁੰਦੀਆਂ ਹਨ। ਊੜਾ ਅਮਰਦਾਸ ਸਾਹਿਬ ਆਪਣੀ ਪਵਿੱਤਰ ਬਾਣੀ ਵਿੱਚ ਕਥਨ ਕਰਦੇ ਹਨ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਰਾਮਕਲੀ ਮਹੱਲਾ ਤੀਜਾ ਆਨੰਦ ਪੰਨਾ 920। ਔਰ ਇਸੇ ਸਦ ਵਿੱਚ ਲਿਖਿਆ ਹੈ, ਅਵਰੋਂ ਨੂੰ ਜਾਣੇ ਸ਼ਬਦ ਗੁਰੂ ਕੈ, ਏਕ ਨਾਮ ਤੇ ਆਵੇ। ਰਾਮਕਲੀ ਸਦ ਪੰਨਾ 923। ਫਿਰ ਕਿਸ ਤਰ੍ਹਾਂ ਕਿਸੇ ਪੁਰਾਣ ਦੇ ਪੜ੍ਹਨ ਦੀ ਜੋ ਗੁਰਬਾਣੀ ਨਹੀਂ ਗੁਰੂ ਸਾਹਿਬ ਆਗਿਆ ਦਿੰਦੇ। ਐੜਾ ਦੇ ਅਭਿਮਾਨੀ ਪੰਡਤਾਂ ਔਰ ਭਰਮ ਰੂਪ ਕਰਮਾਂ ਬਾਬਤ ਗੁਰੂ ਅਮਰਦਾਸ ਜੀ ਦੀ ਇਹ ਰਾਏ ਹੈ, ਪੰਡਤ ਪੜ ਪੜ ਉੱਚਾ ਕੂਕਦਾ, ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਾ ਚੀਨਈ, ਮਨ ਮੂਰਖ ਗਾਵਾਰ। ਦੂਜੇ ਭਾਏ ਜਗ ਪ੍ਰਬੋਧ ਦਾ, ਨਾ ਬੂਝੇ ਵਿਚਾਰ। ਬਿਰਥਾ ਜਨਮ ਗਵਾਇਆ, ਮਰ ਜੰਮੇ ਵਾਰ ਵਾਰ। ਵਾਰ ਸ੍ਰੀ ਰਾਗ ਮਹੱਲਾ ਤੀਜਾ ਪੰਨਾ 86। ਮਨਮੁਖ ਪੜ੍ਹੇ ਪੰਡਤ ਕਹਾਵੇਂ, ਦੂਜੇ ਭਾਏ ਮਹਾਂ ਦੁਖ ਪਾਵੇਂ। ਮਾਝ ਮਹੱਲਾ ਤੀਜਾ ਪੰਨਾ 128। ਮਾਇਆ ਕਾ ਮੁਹਤਾਜ ਪੰਡਤ ਕਹਾਵੇ, ਵਿਖਿਆ ਰਾਤਾ ਬਹੁਤ ਦੁਖ ਪਾਵੇ। ਜਮ ਕਾ ਗਲ ਜੇਵੜਾ ਨਿਤ ਕਾਲ ਸੰਤਾਵੇ, ਗੁਰਮੁਖ ਜਮ ਕਾਲ ਨੇੜ ਨ ਆਵੇ। ਗੌੜੀ ਮਹੱਲਾ ਤੀਜਾ ਪੰਨਾ 231। ਪੰਡਤ ਪੜ੍ਹੇ ਪੜਵਾਦ ਵਖਾਣੇ, ਤਿੰਨਾ ਬੂਝ ਨਾ ਪਾਈ। ਵਿਖਿਆ ਮਾਤੇ ਭਰਮ ਭੁਲਾਏ, ਉਪਦੇਸ਼ ਕਰੇ ਕਿਸ ਪਾਈ। ਰਾਮਕਲੀ ਮਹੱਲਾ ਤੀਜਾ ਪੰਨਾ 909। ਨਾਨਕ ਨਾਮ ਨ ਚੇਤਨੀ, ਅਗਿਆਨੀ ਅੰਧਲੇ ਅਵਰੇ ਕਰਮ ਕਮਾਹੇ। ਜਮਦਰ ਬੱਧੇ ਮਾਰੀਏ, ਫਿਰ ਵੇਸ਼ਟਾ ਮਾਹੇ ਪਚਾਏ। ਮਹੱਲਾ ਤੀਜਾ। ਨਾਨਕ ਸਤਿਗੁਰ ਸੇਵੇਂ ਆਪਣਾ, ਸੇ ਜਨ ਸੱਚੇ ਪਰਵਾਣ। ਹਰ ਕੇ ਨਾਏ ਸਮਾਏ ਰਹੇ, ਚੂਕਾ ਆਵਣ ਜਾਣ। ਵਾਰ ਸੋਠ ਮਹੱਲਾ ਤੀਜਾ ਪੰਨਾ 648। ਕਾਲਯੁਗ ਮੈਂ ਬਹੁ ਕਰਮ ਕਮਾਵੇਂ, ਨਾ ਰੁੱਤ ਨਾ ਕਰਮ ਥਾਏ ਪਾਏ। ਭੈਰੋ ਮਹੱਲਾ ਤੀਜਾ ਪੰਨਾ 1229। ਜਿਨੀ ਨਾਮ ਵਿਸਾਰਿਆ, ਬਹੁ ਕਰਮ ਕਮਾਵੇਂ ਹੋਰ। ਨਾਨਕ ਜਾਮਪੁਰ ਬੱਧੇ ਮਾਰੀਏ, ਜਿਉ ਸੰਨੀ ਉੱਪਰ ਚੋਰ। ਵਾਰ ਸਾਰੰਗ ਮਹੱਲਾ ਤੀਜਾ ਪੰਨਾ 1247। ਇਨ੍ਹਾਂ ਬਚਨਾਂ ਦੇ ਉਚਾਰਨ ਵਾਲੇ ਗੁਰੂ ਅਮਰਦਾਸ ਜੀ ਕਿਸ ਤਰ੍ਹਾਂ ਕਿਸੇ ਜਾਤੀ ਅਭਿਮਾਨੀ ਪੰਡਤ ਨੂੰ ਬੁਲਾਉਣ ਲਈ ਹੁਕਮ ਦਿੰਦੇ। ਈੜੀ ਸੱਦ ਵਿੱਚ ਲਿਖਿਆ ਹੈ, ਹਰ ਭਾਣਾ ਗੁਰ ਪਾਇਆ, ਗੁਰ ਜਾਵੇ ਹਰ ਪ੍ਰਭ ਪਾਸ ਜੀਓ। ਹਰ ਧਾਰ ਕਿਰਪਾ ਸਤਿਗੁਰੂ ਮਿਲਾਇਆ, ਧੰਨ ਧੰਨ ਕਹੈ ਸਾਬਾਸ ਜੀਓ। ਰਾਮਕਲੀ ਸੱਦ ਪੰਨਾ 923। ਕਿਆ ਹਰ ਪ੍ਰਭ ਪਾਸ ਹਨੇਰਾ ਰਹਿੰਦਾ ਹੈ ਜਿੱਥੇ ਦੀਵੇ ਦੀ ਲੋੜ ਪਈ? ਔਰ ਕਿਆ ਉੱਥੇ ਲੰਗਰ ਵੀ ਮਸਤ ਹੈ ਜੋ ਜੌਂ ਦੇ ਆਟੇ ਦੇ ਪਿੰਨਾਂ ਪਰ ਗੁਜ਼ਾਰਾ ਕਰਨ ਦੀ ਜ਼ਰੂਰਤ ਮਾਲੂਮ ਹੋਈ?
ਜੇ ਕੋਈ ਇਹ ਆਖੇ ਕਿ ਮਹਾਤਮਾ ਲੋਕ ਸੰਸਾਰ ਦੀ ਮਰਜ਼ਾਦਾ ਕਾਇਮ ਰੱਖਣ ਵਾਸਤੇ ਕਰਮ ਕਰਦੇ ਹਨ ਤਾਂ ਇਹ ਗੱਲ ਵੀ ਇੱਥੇ ਨਹੀਂ ਬਣਦੀ, ਕਿਉਂਕਿ ਗੁਰੂ ਨਾਨਕ ਦੇਵ ਦੇ ਸਿੰਘਾਸਨ ਪਰ ਬਿਰਾਜਣ ਵਾਲੇ ਉਸੇ ਸਤਿਗੁਰ ਦੀ ਜੋਤ ਗੁਰੂ ਅਮਰਦਾਸ ਜੀ ਗੁਰਸਿੱਖੀ ਦੀ ਮਰਜ਼ਾਦਾ ਪ੍ਰਚਲਿਤ ਕਰਨ ਵਾਲੇ ਸਨ, ਨਾ ਕਿ ਪਖੰਡ ਜਾਲ ਨੂੰ ਆਪਣੇ ਮਤ ਵਿੱਚ ਤਰੱਕੀ ਦੇਣ ਵਾਲੇ ਸਨ। ਇਸ ਦੇ ਸਬੂਤ ਲਈ ਦੇਖੋ ਉਹ ਪ੍ਰਸੰਗ ਜੋ ਅਸੀਂ ਪਿੱਛੇ ਲੇਖ ਆਏ ਹਾਂ। ਹਿੰਦੂ ਰੀਤੀਆਂ ਦੂਰ ਕਰਕੇ ਗੁਰੂ ਅਮਰਦਾਸ ਸਾਹਿਬ ਪਰ ਬਾਦਸ਼ਾਹ ਅਕਬਰ ਪਾਸ ਹਿੰਦੂ ਫਰਿਆਦੀ ਗਏ ਸਨ, ਔਰ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਪਰ ਹਿੰਦੂ ਰੀਤੀ ਨਹੀਂ ਹੋਈ। ਇਸ ਦਾ ਪ੍ਰਤੱਖ ਸਬੂਤ ਹੁਣ ਦੇਖ ਲਵੋ ਕਿ ਭੱਲੇ ਸਾਹਿਬਜ਼ਾਦੇ ਪ੍ਰਾਣੀ ਦੇ ਮਰਨ ਪਰ ਮਿਰਤਕ ਕਿਰਿਆ ਦਾ ਮੂਲ ਰੂਪ ਦੀਵਾ ਨਹੀਂ ਕਰਦੇ, ਜਿਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਸਾਹਿਬ ਆਪਣੀ ਸੰਤਾਨ ਨੂੰ ਖਾਸ ਹੁਕਮ ਦੇ ਗਏ ਕਿ ਕੋਈ ਹਿੰਦੂ ਰੀਤੀ ਸਾਡੇ ਪਿੱਛੋਂ ਨਹੀਂ ਕਰਨੀ, ਜਿਹਾ ਕਿ ਸੱਦ ਤੋਂ ਸਾਬਤ ਹੈ। ਸੱਸਾ ਜੋ ਇਹ ਸਿੱਧ ਕਰਦੇ ਹਨ ਕਿ ਗੁਰੂ ਅਮਰਦਾਸ ਜੀ ਨੇ ਗਰੁੜ ਪੁਰਾਣ ਸੁਣਨੇ ਔਰ ਪ੍ਰੇਤ ਕਿਰਿਆ ਕਰਨ ਦੀ ਆਗਿਆ ਦਿੱਤੀ ਹੈ, ਕਿ ਉਹ ਦੂਜੇ ਢੰਗ ਨਾਲ ਇਹ ਸਾਬਤ ਨਹੀਂ ਕਰਦੇ ਕਿ ਗੁਰੂ ਸਾਹਿਬ ਕਹਿੰਦੇ ਕੁਝ ਸਨ ਤੇ ਕਮਾਉਂਦੇ ਕੁਝ ਹੋਰ ਸਨ, ਔਰ ਗੁਰੂ ਜੀ ਪ੍ਰੇਤ ਬਣ ਕੇ ਧਰਮਰਾਜ ਦੀ ਪੁਰੀ ਜਮਦੂਤਾਂ ਦੇ ਬੱਧੇ ਹੋਏ ਗਏ, ਕਿਉਂਕਿ ਪਿੰਡ ਪੱਤਲ ਕਿਰਿਆ ਦੀਵਾ ਆਦਿਕ ਸਮਾਨ ਦਾ ਬ੍ਰਾਹਮਣਾਂ ਦੀ ਮਾਰਫਤ ਜਮ ਮਾਰਗ ਵਿੱਚ ਹੀ ਪਹੁੰਚਣਾ ਦੱਸਿਆ ਗਿਆ। ਸੱਚਖੰਡ ਦੀ ਏਜੰਸੀ ਇਹਨਾਂ ਦੇ ਸਪੁਰਦ ਨਹੀਂ, ਔਰ ਸਤਿਗੁਰਾਂ ਦੇ ਤੀਰਥ ਪਰ ਜਾਣ ਬਾਬਤ ਜੋ ਆਪ ਨੇ ਪ੍ਰਸ਼ਨ ਕੀਤਾ ਹੈ, ਉਸ ਦਾ ਇਹ ਉੱਤਰ ਹੈ ਕਿ ਸਤਿਗੁਰੂ ਤੀਰਥਾਂ ਤੋਂ ਗਤੀ ਹਾਸਲ ਕਰਨ ਨਹੀਂ ਗਏ, ਉੱਥੇ ਜਾ ਕੇ ਅਗਿਆਨੀਆਂ ਦੇ ਭਰਮ ਦੂਰ ਕੀਤੇ ਹਨ। ਉਹ ਸੰਸਾਰ ਦੇ ਸੱਚੇ ਹਿੱਤੂ ਇਸੇ ਯਤਨ ਵਿੱਚ ਲੱਗੇ ਹੋਏ ਸਨ ਕਿ ਕਿਸੇ ਤਰ੍ਹਾਂ ਲੋਕਾਂ ਦਾ ਅਗਿਆਨ ਦੂਰ ਹੋਵੇ, ਜਿਹਾ ਕਿ ਭਾਈ ਗੁਰਦਾਸ ਜੀ ਕਥਨ ਕਰਦੇ ਹਨ। ਬਾਬਾ ਆਇਆ ਤੀਰਥ ਹੈ, ਤੀਰਥ ਪੁਰਬ ਸਭੇ ਫਿਰ ਦੇਖੈ, ਪੂਰਬ ਧਰਮ ਬਹੁ ਕਰਮ ਕਰ, ਭਾਉ ਭਗਤ ਬਿਨ ਕਿਤੇ ਨਾ ਲਿਖੇ। ਭਾਈ ਗੁਰਦਾਸ ਵਾਰ ਨੰਬਰ 1। ਔਰ ਜਲਤੀ ਸਭ ਪ੍ਰਿਥਵੀ ਦੇਸਾਈ, ਚੜਿਆ ਸੋਧਣ ਧਰਤ ਲੁਕਾਈ। ਭਾਈ ਗੁਰਦਾਸ ਵਾਰ ਨੰਬਰ 1। ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਤੀਰਥਾਂ ਪਰ ਜਾਣ ਦਾ ਕਾਰਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਲਿਖਿਆ ਹੈ, ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਰਨ ਅਰਥਾ। ਤੁਖਾਰੀ ਮਹਲਾ ਚੌਥਾ, ਪੰਨਾ 1116। ਔਰ ਆਪ ਇਸ ਪਰ ਵੀ ਵਿਚਾਰ ਕਰੋ ਕਿ ਤੀਰਥਾਂ ਪਰ ਜਾ ਕੇ ਸਤਿਗੁਰਾਂ ਨੇ ਕੀ ਕਰਮ ਕੀਤਾ, ਕਿ ਉੱਥੇ ਹਿੰਦੂ ਰੀਤੀ ਅਨੁਸਾਰ ਪੂਜਨ ਵਿਧੀ ਕੀਤੀ ਜਾਂ ਆਪਣਾ ਪਵਿੱਤਰ ਉਪਦੇਸ਼ ਦੇ ਕੇ ਯਾਤਰੀਆਂ ਦੇ ਭਰਮ ਕੱਢਣ ਦਾ ਉਪਾਅ ਕੀਤਾ। ਦੇਖੋ ਗੰਗਾ ਉੱਪਰ ਗੁਰੂ ਸਾਹਿਬ ਹਿੰਦੂਆਂ ਨੂੰ ਪੂਰਬ ਦੀ ਤਰਫ ਸੂਰਜ ਔਰ ਪਿੱਤਰਾਂ ਨੂੰ ਪਾਣੀ ਦਿੰਦੇ ਦੇਖ ਕੇ ਪੱਛਮ ਵੱਲ ਪਾਣੀ ਦੇਣ ਲੱਗੇ। ਪੁੱਛਣ ਤੇ ਉੱਤਰ ਦਿੱਤਾ ਕਿ ਮੈਂ ਆਪਣੀ ਖੇਤੀ ਨੂੰ ਪਾਣੀ ਦਿੰਦਾ ਹਾਂ। ਜਦੋਂ ਹਿੰਦੂਆਂ ਨੇ ਆਖਿਆ ਕਿ ਇਤਨੀ ਦੂਰ ਆਪਦੇ ਖੇਤਾਂ ਨੂੰ ਪਾਣੀ ਕਿਸ ਤਰ੍ਹਾਂ ਪਹੁੰਚੇਗਾ, ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਤੁਹਾਡਾ ਪਾਣੀ ਸੂਰਜ ਔਰ ਪਿੱਤਰਾਂ ਨੂੰ ਆਕਾਸ਼ ਵਿੱਚ ਕਿਸ ਤਰ੍ਹਾਂ ਬਹੁਤ ਦੂਰ ਪਹੁੰਚੇਗਾ। ਔਰ ਕੁਰਸ਼ੇਤਰ ਪਰ ਗ੍ਰਹਿਣ ਵਿੱਚ ਪ੍ਰਸ਼ਾਦ ਪਕਾਉਣ ਲੱਗ ਪਏ, ਜਿਸ ਤੋਂ ਗ੍ਰਹਿਣ ਵਿੱਚ ਖਾਣ ਪੀਣ ਦਾ ਭਰਮ ਹਟਾਇਆ। ਜਗਨਨਾਥ ਜਾ ਕੇ ਆਰਤੀ ਵੇਲੇ ਖੜੇ ਨਹੀਂ ਹੋਏ, ਔਰ ਦੀਵਿਆਂ ਦੀ ਆਰਤੀ ਦਾ ਖੰਡਨ ਕਰਕੇ ਸੱਚੀ ਆਰਤੀ ਦਾ ਉਪਦੇਸ਼ ਦਿੱਤਾ। ਮੱਕੇ ਪਹੁੰਚ ਕੇ ਕਾਬੇ ਦੀ ਤਰਫ ਪੈਰ ਕਰਕੇ ਸੌਂ ਗਏ। ਮੁਜਾਵਰਾਂ ਦੇ ਇਤਰਾਜ਼ ਪਰ ਉੱਤਰ ਦਿੱਤਾ ਕਿ ਜਿਸ ਪਾਸੇ ਤੁਹਾਨੂੰ ਖੁਦਾ ਦਾ ਘਰ ਨਜ਼ਰ ਨਹੀਂ ਆਉਂਦਾ, ਉਸ ਪਾਸੇ ਮੇਰੇ ਪੈਰ ਕਰ ਦਿਓ, ਔਰ ਮੈਂ ਕੋਈ ਐਸੀ ਦਿਸ਼ਾ ਨਹੀਂ ਦੇਖਦਾ ਜਿੱਧਰ ਮੇਰੇ ਮਾਲਕ ਦਾ ਘਰ ਨਹੀਂ। ਇਸ ਤੋਂ ਕਰਤਾਰ ਨੂੰ ਇੱਕ ਦੇਸ਼ੀ ਮੰਨਣਾ ਔਰ ਇੱਕ ਤਰਫ ਹੀ ਮੂੰਹ ਕਰਕੇ ਨਮਾਜ਼ ਪੜ੍ਹਨੀ ਅਗਿਆਨ ਦੱਸਿਆ, ਅਤੇ ਆਦਿਕ ਹੋਰ ਪ੍ਰਸੰਗ ਬਹੁਤ ਹਨ। ਭਾਵ ਸਭ ਦਾ ਇਹ ਹੈ ਕਿ ਗੁਰੂ ਸਾਹਿਬ ਦੇਸ਼ ਦੇਸ਼ਾਂਤਰ ਦੇ ਤੀਰਥਾਂ ਪਰ ਜਗਤ ਦੇ ਸੁਧਾਰ ਵਾਸਤੇ ਵਿਚਰੇ ਹਨ। ਕਿਤਾਬ ਹਮ ਹਿੰਦੂ ਨਹੀਂ, ਲੇਖਕ ਭਾਈ ਕਾਨ ਸਿੰਘ ਨਾਭਾ, ਭਾਗ 11ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।